जय हिंद दोस्तों, मैं मुक्ता ते तुसीं देख रहे हो द स्टैलर न्यूज़ वैब टीवी। असीं तुहानूं लैके पहुंचे नगर निगम गौशाला हुशियारपुर विखे। असीं तुहानूं दसना चाहांगे कि इस गौशाला का संचालन श्री गोबिंद गोधाम गौशाला वालों किया जा रहा है तो इस गौशाला दे विच किस तरह दी सुविधा दित्तियां जा रही ने, किस तरह के प्रबंध किए गए हैं, इत्थे असीं गल करांगे इत्थे दे प्रबंधकां दे नाल। ते इस दे नाल ही असीं देखांगे कि इस गौशाला दे विच गऊआं नूं रखण वास्ते किन्नी जगह है तो किस तरह के नाल इत्थे जिहड़ा नगर निगम दा ते प्रशासन दा इन्हां नूं सहयोग मिल रहा है इस गौशाला नूं चलाउण वास्ते। इस तो पहले असीं गल करिए इत्थे दे प्रबंधकां दे नाल, उस तो पहले एक बार असीं तुहानूं गौशाला दे दर्शन करवाना चाहांगे। ਅਸੀਂ ਗੱਲ ਕਰਦੇ ਹਾਂ ਇਸ ਗਊਸ਼ਾਲਾ ਦੇ ਪ੍ਰਬੰਧਕ ਐਡਵੋਕੇਟ ਰਾਕੇਸ਼ ਮਰਵਾਹਾ ਜੀ ਦੇ ਨਾਲ, ਜਿਹੜੇ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਨੇ। ਇਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੇ ਇਸ ਗਊਸ਼ਾਲਾ ਦਾ ਜਿਹੜਾ ਸੰਚਾਲਨ ਹੈ ਕਦੋਂ ਤੋਂ ਲਿਆ ਹੈ ਤੇ ਉਸ ਟਾਈਮ ਦੀ ਗੱਲ ਕਰੀਏ ਤੇ ਹੁਣ ਦੇ ਦੌਰ ਦੇ ਵਿੱਚ ਕਿੰਨਾ ਕੁ ਇੱਥੇ ਸੁਧਾਰ ਹੋਇਆ ਹੈ। ਨਮਸਕਾਰ ਸਰ। ਨਮਸਕਾਰ ਜੀ ਸਰ, ਕਦੋਂ ਤੋਂ ਤੁਸੀਂ ਇਸ ਗਊਸ਼ਾਲਾ ਦਾ ਸੰਚਾਲਨ ਕਰ ਰਹੇ ਹੋ? ਪਿਛਲੇ ਸਾਲ ਸਤੰਬਰ 2019 ਦੇ ਵਿੱਚ ਸਾਡੀ ਸੰਸਥਾ ਨੇ ਗਊ ਸੇਵਾ ਸਮਿਤੀ ਜਿਹਦੇ ਸਾਡੇ ਪ੍ਰਧਾਨ ਕੁਲਦੀਪ ਸੈਣੀ ਜੀ ਨੇ, ਦਲੀਪ ਬਿੱਲਾ ਜੀ ਨੇ, ਅਸੀਂ ਇਹਦਾ ਸੰਚਾਲਨ ਲਿਆ ਸੀਗਾ। ਔਰ ਜਿਸ ਵੇਲੇ ਦਾ ਸੰਚਾਲਨ ਅਸੀਂ ਲਿਆ ਸੀਗਾ ਕਾਰਪੋਰੇਸ਼ਨ ਕੋਲ ਲਿਖਤੀ ਰੂਪ ਦੇ ਵਿੱਚ, ਉਸ ਵੇਲੇ ਇੱਥੇ 90 ਦੇ ਕਰੀਬ ਜੋ ਸੀਗਾ ਗਊ ਧਨ ਸੀਗਾ। ਔਰ ਹੌਲੀ ਹੌਲੀ ਕਰਦੇ ਅਸੀਂ ਸ਼ਹਿਰ ਦੇ ਵਿੱਚੋਂ ਵੀ ਗਾਈਆਂ ਪਕੜੀਆਂ, ਵੱਡੀ ਸਬਜ਼ੀ ਮੰਡੀ 'ਚੋਂ ਵੀ ਪਕੜੀਆਂ। ਔਰ ਇਸ ਵੇਲੇ ਇਸ ਗਊਸ਼ਾਲਾ ਦੇ ਵਿੱਚ ਕਿਉਂਕਿ ਇਹ 90 ਸੀਗੀਆਂ ਉਸ ਵੇਲੇ, ਔਰ ਇਹਦਾ ਜੋ ਲਿਖਤੀ ਸਾਨੂੰ ਦਿੱਤਾ ਸੀ ਐਗਰੀਮੈਂਟ, ਇਹਦੇ ਵਿੱਚ ਕਪੈਸਿਟੀ ਜੋ ਸੀ ਗਊ ਧਨ ਰੱਖਣ ਦੀ ਉਹ 125 ਦੇ ਕਰੀਬ ਸੀਗੀ। ਲੇਕਿਨ ਸ਼ਹਿਰ ਦੇ ਵਿੱਚ ਜੋ ਸੜਕਾਂ 'ਤੇ ਗਾਈਆਂ ਸੀ, ਮੰਡੀ ਸਬਜ਼ੀ ਮੰਡੀ ਦੇ ਵਿੱਚ ਗਊਆਂ ਸੀ, ਆ ਭੰਗੀ ਪੁਲ 'ਤੇ ਬਹੁਤ ਗਊਆਂ ਸੀ, 125 ਦੀ ਕਪੈਸਿਟੀ ਬਹੁਤ ਘੱਟ ਸੀ। ਤਾਂ ਸੋ ਅਸੀਂ ਸਾਡੀ ਸੰਸਥਾ ਦੇ ਸਾਡੇ ਪ੍ਰਧਾਨ ਜੀ ਨੇ ਅਸੀਂ ਆਪਸ 'ਚ ਸਲਾਹ ਕੀਤੀ ਵੀ ਕਿਉਂ ਨਾ ਜੇ ਇਹਦੀ ਕਪੈਸਿਟੀ ਵਧਾ ਲਈ ਜਾਵੇ ਤਾਂ ਉਹ ਜੋ ਸ਼ਹਿਰ ਦੀਆਂ ਗਊਆਂ ਘੁੰਮਦੀਆਂ ਆ ਉਹਨਾਂ ਨੂੰ ਇੱਥੇ ਆਸਰਾ ਮਿਲ ਜਾਏਗਾ। ਔਰ ਇਸ ਵੇਲੇ ਇੱਥੇ ਕਰੀਬ 308 310 ਦੇ ਕਰੀਬ ਗਊ ਧਨ ਜੋ ਹੈ ਸਾਡੀ ਇਸ ਨਗਰ ਨਿਗਮ ਗਊਸ਼ਾਲਾ ਦੇ ਵਿੱਚ ਇਸ ਵੇਲੇ ਉਹਨਾਂ ਦਾ ਪਾਲਣ ਹੋ ਰਿਹਾ ਆ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਇਹਨਾਂ ਦੇ ਰੱਖ ਰਖਾਅ ਵਾਸਤੇ ਸਿਰਫ 125 ਗਾਈਆਂ ਦਾ ਜੋ ਸੀਗਾ ਇੱਥੇ ਅਰੇਂਜਮੈਂਟ ਸੀਗਾ। ਅਸੀਂ ਨਗਰ ਨਿਗਮ ਕਮਿਸ਼ਨਰ ਸਾਹਿਬ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਸਰ ਇੱਥੇ ਹੋਰ ਸ਼ੈੱਡਾਂ ਦੀ ਜ਼ਰੂਰਤ ਆ। ਉਹ ਕਹਿੰਦੇ ਸੀਗੇ ਵੀ ਅਸੀਂ ਟੈਂਡਰ ਸਰਕਾਰੀ ਲਗਾਵਾਂਗੇ। ਲੇਕਿਨ ਸਾਡੀ ਸੰਸਥਾ ਦੇ ਪ੍ਰਧਾਨ ਜੀ ਸਾਡੇ ਕੁਲਦੀਪ ਸੈਣੀ ਜੀ, ਦਲੀਪ ਬਿੱਲਾ ਜੀ, ਅਸੀਂ ਆਪਸ 'ਚ ਸਲਾਹ ਕੀਤੀ ਕਿ ਅਸੀਂ ਆਪਣੀ ਸੰਸਥਾ ਵੱਲੋਂ ਹੀ ਇਸ ਗਊਸ਼ਾਲਾ ਦੇ ਵਿੱਚ ਸ਼ੈੱਡਾਂ ਦਾ ਨਿਰਮਾਣ ਕਰਵਾਵਾਂਗੇ। ਔਰ ਜਿਹੜਾ ਸਾਰਾ ਖਰਚਾ ਹੋਏਗਾ ਉਸ ਦਾ ਕੰਸਟਰਕਸ਼ਨ ਦਾ ਉਹ ਸਾਡੀ ਸੰਸਥਾ ਜਿਹੜੀ ਉਹ ਅਫੋਰਡ ਕਰੇਗੀ। ਔਰ 1 ਸਾਲ ਦੇ ਵਿੱਚ ਅਸੀਂ ਇੱਥੇ 300 ਦੀ ਕਪੈਸਿਟੀ ਕਰ ਦਿੱਤੀ ਆ। ਔਰ 1 ਸਾਲ ਦੇ ਵਿੱਚ ਅਸੀਂ 10 ਲੱਖ ਰੁਪਏ ਦੇ ਕਰੀਬ ਆਪਣੀ ਸੰਸਥਾ ਵੱਲੋਂ ਇਹਦੀ ਡਿਵੈਲਪਮੈਂਟ 'ਤੇ ਲਗਾਇਆ ਆ, ਜਿਹਦੇ ਵਿੱਚੋਂ ਅਸੀਂ ਹੁਣ ਇੱਕ ਤੁਸੀਂ ਸ਼ੈੱਡ ਦੇਖ ਰਹੇ ਆ, ਬਹੁਤ ਵੱਡਾ ਸ਼ੈੱਡ ਬਣਿਆ। ਇੱਕੋ ਪਿੱਛੇ ਜਿਹੜੇ ਸਾਂਢ ਸੀਗੇ ਉਹਨਾਂ ਵਾਸਤੇ ਅਸੀਂ ਸ਼ੈੱਡ ਦਾ ਨਿਰਮਾਣ ਕਰਵਾਇਆ। ਇਸ ਤੋਂ ਇਲਾਵਾ ਇੱਕ ICU ਦਾ ਨਿਰਮਾਣ ਕਰਵਾਇਆ ਗਿਆ, ਜਿਹਦੇ 'ਤੇ ਕਿ ਕਰੀਬ 3 ਲੱਖ ਰੁਪਏ ਦਾ ਖਰਚਾ ਆਇਆ। ਉਹ ਵੀ ਸਾਡੇ ਮਾਨਯੋਗ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ ਨੇ ਸਾਨੂੰ ਫੰਡ ਦਿੱਤਾ ਸੀ 3 ਲੱਖ ਰੁਪਏ ਦਾ। ਉਹਦਾ ICU ਬਣਾਇਆ ਜਿੱਥੇ ਕੋਈ ਬਿਮਾਰ ਗਾਈਆਂ ਜੋ ਹੋ ਜਾਂਦੀਆਂ ਨੇ, ਕੋਈ ਦੁਰਘਟਨਾ ਵਾਲੀ ਹੈ, ਐਕਸੀਡੈਂਟਲ ਹੈ, ਉਹਦਾ ਇਲਾਜ ਕੀਤਾ ਜਾਂਦਾ ਆ। ਔਰ 1 ਸਾਲ ਦੇ ਵਿੱਚ ਅਸੀਂ 10 ਲੱਖ ਦੇ ਕਰੀਬ ਸੰਸਥਾ ਨੇ ਆਪਣੇ ਕੋਲੋਂ ਖਰਚ ਕੇ ਇੱਥੇ ਡਿਵੈਲਪਮੈਂਟ ਕਰਵਾਈ ਆ। ਔਰ ਮੈਂ ਆਸ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹਨੂੰ ਹੋਰ ਥੋੜ੍ਹਾ ਟਾਈਮ ਸਾਨੂੰ ਦਿੱਤਾ ਜਾਵੇ। ਅਸੀਂ ਥੋੜ੍ਹਾ ਟਾਈਮ ਹੋਰ ਮੰਗਦੇ ਹਾਂ ਲੋਕਾਂ ਤੋਂ ਵੀ। ਇਹ ਦੇਖਣ ਵਾਲਾ ਇੱਕ ਦਰਸ਼ਨੀ ਸਥਲ ਅਸੀਂ ਜ਼ਰੂਰ ਬਣਾਵਾਂਗੇ ਔਰ ਸ਼ਹਿਰ ਦੇ ਇੱਕ ਅੱਛੀ ਚੀਜ਼ ਬਣੇਗੀ, ਚਾਹੇ ਇਹ ਸਰਕਾਰੀ ਹੈ। ਲੇਕਿਨ ਸਾਡੇ ਮਨ ਦੇ ਵਿੱਚ ਗਊ ਸੇਵਾ ਦਾ ਜੋ ਜਜ਼ਬਾ ਹੈ, ਅਸੀਂ ਗਊ ਸੇਵਾ ਦੇ ਜਜ਼ਬੇ ਨੂੰ ਲੈ ਕੇ ਇਹਦਾ ਜੋ ਡਿਵੈਲਪਮੈਂਟ ਹੈ ਇਸ ਗਊਸ਼ਾਲਾ ਦੀ ਕਰ ਰਹੇ ਹਾਂ। ਔਰ ਇੱਕ ਮੈਂ ਚੀਜ਼ ਹੋਰ ਕਹਿਣੀ ਚਾਹੁੰਦਾ ਆ, ਦੇਖਣ 'ਚ ਆਇਆ ਕਿ ਇੱਥੇ 1 ਸਾਲ ਦੇ ਵਿੱਚ ਅਸੀਂ 90 ਤੋਂ 310 ਗਾਈਆਂ ਕਰ ਦਿੱਤੀਆਂ। 220 ਗਊ ਧਨ ਜਿਹੜਾ ਇੱਥੇ ਸਾਲ 'ਚ ਵਧਿਆ। 100 ਦੇ ਕਰੀਬ ਗਾਈਆਂ ਜਿਹੜੀਆਂ ਆ ਉਹ ਪੂਰੀਆਂ ਵੀ ਹੋਈਆਂ, ਮਤਲਬ 300 ਗਊ ਅਸੀਂ ਸ਼ਹਿਰ ਦੀ ਕਵਰ ਕੀਤੀ। ਲੇਕਿਨ ਮੈਂ ਅੱਜ ਵੀ ਦੇਖਦਾ ਕਿ ਸ਼ਹਿਰ ਦੇ ਵਿੱਚ ਫਿਰ ਵੀ ਸੜਕਾਂ 'ਤੇ ਗਾਈਆਂ ਸਾਂਢ ਘੁੰਮਦੇ ਆ। ਇਹ ਇੱਕ ਸੋਚਣ ਔਰ ਵਿਚਾਰਨ ਵਾਲੀ ਗੱਲ ਹੈ। ਲੋਕ ਇੱਕ ਦੂਜੇ ਨੂੰ ਦੋਸ਼ ਦਿੰਦੇ ਆ, ਚਾਹੇ ਉਹ ਕਈ ਸੰਸਥਾਵਾਂ ਦੇ ਆ, ਕੋਈ ਆਮ ਲੋਕ ਹੈਗੇ ਜਿਹੜੇ
ਸਿਰਫ ਦੇਖਦੇ ਆ ਕਿ ਇਹ ਕਰ ਕੀ ਰਿਹਾ ਔਰ ਨੁਕਸੇ ਹੀ ਕੱਢਦੇ। ਉਹ ਪ੍ਰੇਸ ਕਰਨ ਦੀ ਬਜਾਏ ਉਹਨਾਂ ਨੇ ਉਂਗਲ ਹੀ ਚੱਕਣੀ ਹੁੰਦੀ ਹੈ ਕਿ ਸ਼ਹਿਰ ਦੇ ਵਿੱਚ ਅਸੀਂ ਦੇਖੀਏ ਤਾਂ ਹੱਲੇ ਵੀ ਅਸੀਂ ਇੰਨੀਆਂ ਗਾਈਆਂ ਜੋ ਹੈ ਕਵਰ ਕੀਤੀਆਂ ਇੱਥੇ, ਲੇਕਿਨ ਸ਼ਹਿਰ 'ਚ ਫਿਰ ਓਨੀਆਂ ਗਾਈਆਂ ਅਸੀਂ ਦੇਖਦੇ ਸੜਕਾਂ 'ਤੇ ਘੁੰਮਦੀਆਂ ਜਿਹਨਾਂ ਐਕਸੀਡੈਂਟ ਹੁੰਦੇ। ਮੇਰੀ ਇੱਕ ਗੁਜ਼ਾਰਿਸ਼ ਆ, ਜਿਹੜੇ ਲੋਕ ਇਹਨਾਂ ਨੂੰ ਛੱਡ ਦਿੰਦੇ ਆ ਉਹ ਸਾਡੇ ਕੋਲ ਗਊਸ਼ਾਲਾ ਸਿੱਧੀ ਲੈ ਆਓ ਵੀ ਆ ਲਓ ਜੀ ਗਾਈ ਆ, ਅਸੀਂ ਛੱਡਣ ਨਹੀਂ ਸੀਗੀ ਤੁਹਾਨੂੰ ਗਊਸ਼ਾਲਾ ਦਿੰਦੇ, ਅਸੀਂ ਉਹਦਾ ਪਾਲਣ ਪੋਸ਼ਣ ਕਰਨ ਨੂੰ ਤਿਆਰ ਆ, ਸੜਕ 'ਤੇ ਨਾ ਛੱਡਣ। ਔਰ ਮੈਂ ਆਪਣੀ ਸੰਸਥਾ ਦੇ ਨਹੀਂ ਹੋਰ ਵੀ ਸ਼ਹਿਰ ਦੀਆਂ ਸਾਡੀਆਂ ਸੰਸਥਾਵਾਂ, ਸਾਡੇ ਸੰਦੀਪ ਜੀ ਆ ਸੇਵਾ ਪਰਮੋ ਧਰਮ, ਉਹ ਬੜੀ ਸੇਵਾ ਕਰਦੇ ਆ ਗਾਈਆਂ ਦੀ, ਕਿਤੇ ਵੀ ਜ਼ਖਮੀ ਗਊ ਹੁੰਦੀ ਆ ਉਹਦਾ ਇਲਾਜ ਕੀਤਾ ਜਾਂਦਾ ਹੈ। ਉਹ ਸਾਰੇ ਬੜੀ ਅੱਛੀ ਸੰਸਥਾ ਚੱਲ ਰਹੀ। ਹੋਰ ਵੀ ਸ਼ਹਿਰ ਦੇ ਵਿੱਚ ਸੰਸਥਾਵਾਂ ਅੱਜ ਕੱਲ੍ਹ ਕੰਮ ਕਰ ਰਹੀਆਂ, ਸਾਂਢ ਪਕੜ ਕੇ ਫਲਾਈ ਗਊਸ਼ਾਲਾ ਛੱਡ ਕੇ ਆ ਰਹੇ। ਇੱਕ ਅੱਛਾ ਕੰਮ, ਜਿਹੜੇ ਅਸੀਂ ਕਿਸੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਹਾਂ, ਸਾਡੇ 'ਚ ਇਸ ਰਾਜਨੀਤਿਕ ਕੋਈ ਨਹੀਂ ਹੈ, ਅਸੀਂ ਇਹ ਸੇਵਾ ਦਾ ਜਜ਼ਬਾ ਆ ਸਾਡੇ 'ਚ। ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਰਿਲੇਟਡ ਬੰਦਾ ਹੈ ਜੋ ਇਸ ਸੇਵਾ ਦੇ ਕੰਮ 'ਚ ਲੱਗਦਾ ਆ, ਜੋ ਲੱਗਾ ਹੋਇਆ ਆ, ਅਸੀਂ ਉਹਨੂੰ ਹਮੇਸ਼ਾ ਸਾਡਾ ਸਿਰ ਜਿਹੜਾ ਉਹਦੇ ਸਾਹਮਣੇ ਝੁਕਿਆ ਰਹਿੰਦਾ ਆ। ਅਸੀਂ ਕਿਸੇ 'ਤੇ ਕੋਈ ਕਟਾਕਸ਼ ਨਹੀਂ ਕਰਦੇ। ਸਾਡਾ ਇੱਕੋ ਇੱਕ ਮੰਤਵ ਆ ਕਿ ਅਸੀਂ ਗਊਆਂ ਦੀ ਸੇਵਾ ਰੱਖ ਰਖਾਵ ਕਰਨਾ, ਔਰ ਅਸੀਂ ਇਹ ਕਰ ਰਹੇ ਹਾਂ। ਔਰ ਜਿਹਦਾ ਉਦਾਹਰਨ ਤੁਹਾਡੇ ਸਾਹਮਣੇ, ਔਰ ਆਉਣ ਵਾਲੇ ਦਿਨਾਂ 'ਚ ਮੈਂ ਫਿਰ ਆਸ ਕਰਦਾ ਕਿ ਇਹਦੀ ਦਸ਼ਾ ਜਿਹੜੀ ਅਸੀਂ ਹੋਰ ਸੁਧਾਰਾਂਗੇ। ਔਰ ਜਿੱਥੇ ਮੈਂ ਮੰਤਰੀ ਸਾਹਿਬ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ 3 ਲੱਖ ਦੀ ਗ੍ਰਾਂਟ ICU ਵਾਸਤੇ ਦਿੱਤੀ, ਉੱਥੇ ਹੀ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਬਲਵੀਰ ਰਾਜ ਜੀ, ਉਹਨਾਂ ਦਾ ਵੀ ਧੰਨਵਾਦੀ ਹਾਂ ਕਿ ਉਹ ਸਮੇਂ 'ਤੇ ਵੀ ਜਿਸ ਵੇਲੇ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੁੰਦੀ ਹੈ, ਉਹ ਇਮੀਡੀਏਟਲੀ ਸਾਨੂੰ ਹੈਲਪ ਕਰਦੇ ਆ। ਔਰ ਜਿਹੜਾ ਕਾਊ ਸੈਸ ਸਰਕਾਰ ਵੱਲੋਂ ਫਿਕਸ ਕੀਤਾ ਗਿਆ ਆ ਇਹਨਾਂ ਦੇ ਪੱਠਿਆਂ ਵਾਸਤੇ, ਇਹਨਾਂ ਦੇ ਰੱਖ ਰਖਾਅ ਵਾਸਤੇ, ਉਹ ਵੀ ਸਾਨੂੰ ਬਿਲਕੁਲ ਇਨ ਟਾਈਮ ਮਿਲ ਜਾਂਦਾ ਆ। ਲੇਕਿਨ ਡਿਵੈਲਪਮੈਂਟ ਦਾ ਜੋ ਖਰਚਾ ਆ, ਇੱਥੇ ਸ਼ੈੱਡਾਂ ਦਾ ਜੋ ਖਰਚਾ ਸੀ, ਉਹ ਸਾਡੀ ਸੰਸਥਾ ਨੇ ਆਪਣੇ ਕੋਲੋਂ ਕੀਤਾ। ਔਰ ਸਾਨੂੰ ਕਮਿਸ਼ਨਰ ਸਾਹਿਬ ਨੇ ਅਲਾਊ ਕੀਤਾ ਸੀਗਾ ਕਿ ਅਸੀਂ ਉਹਨਾਂ ਕੋਲ ਕੋਈ, ਉਹ ਕਹਿੰਦੇ ਸੀ ਵੀ ਕੋਈ ਡਿਮਾਂਡ ਤੁਹਾਡੇ ਅਸੀਂ ਸਰਕਾਰੀ ਤੌਰ 'ਤੇ ਫਿਰ ਟੈਂਡਰ ਲਵਾਂਗੇ ਕਿ ਅਸੀਂ ਇੰਨਾ ਲੰਬਾ ਸਮਾਂ ਨਹੀਂ ਲੈ ਸਕਦੇ, ਅਸੀਂ ਕੋਲੋਂ ਖਰਚਾ ਕਰਾਂਗੇ। ਉਹਨਾਂ ਨੇ ਸਾਨੂੰ ਇਹਦੀ ਪਰਮਿਸ਼ਨ ਦਿੱਤੀ ਔਰ ਅਸੀਂ ਇਹਦੇ 'ਤੇ 1 ਸਾਲ ਦੇ ਵਿੱਚ ਕਰੀਬ 1 ਸਾਲ 'ਚ 10 ਲੱਖ ਰੁਪਏ ਦੀ ਡਿਵੈਲਪਮੈਂਟ 'ਤੇ ਲਗਾ ਕੇ ਅੱਜ ਸਾਰੀ ਗਊਸ਼ਾਲਾ ਆ। ਇਹ ਆਉਣ ਵਾਲੇ ਸਮੇਂ 'ਚ ਮੈਂ ਆਸ ਕਰਦਾ ਇੱਕ ਬੜੀ ਦਰਸ਼ਨੀय ਗਊਸ਼ਾਲਾ ਬਣੂਗੀ ਸ਼ਹਿਰ ਦੀ। ਜਿੱਦਾਂ ਗਊਆਂ ਬਿਮਾਰ ਵਗੈਰਾ ਹੁੰਦੀਆਂ ਤਾਂ ਉਹਦੇ ਲਈ ਕੋਈ ਇੱਕ ਡਾਕਟਰਸ ਦੀ ਕੋਈ ਟੀਮ ਵੀ ਅਲੱਗ ਤੋਂ ਆ ਕੇ? ਜੀ ਬਿਲਕੁਲ, ਡੇਲੀ ਡਾਕਟਰ ਅਸੀਂ ਰੱਖੇ ਹੋਏ ਆ ਪ੍ਰਾਈਵੇਟ, ਉਹਨਾਂ ਨੂੰ ਸੈਲਰੀ ਦਿੰਦੇ ਆ, ਬਕਾਇਦਾ ਸੈਲਰੀ ਦੇਣੇ। ਔਰ ਡੇਲੀ ਉਹ ਵਿਜ਼ਿਟ ਕਰਦੇ ਆ। ਕੋਈ ਗਊ ਕਿਸੇ ਵੀ ਗਊ ਨੂੰ ਕੋਈ ਤਕਲੀਫ ਆ, ਕੋਈ ਇੰਜੈਕਸ਼ਨ ਲੱਗਣ ਵਾਲਾ, ਕੋਈ ਪੱਟੀ ਕਰਨ ਵਾਲੀ, ਸਾਡੇ ਡੇਲੀ ਡਾਕਟਰ ਡੇਲੀ ਵਿਜ਼ਿਟ ਕਰਦੇ ਆ। ਔਰ ਸਾਡੇ ਲੜਕੇ ਜਿਹੜੇ ਸੇਵਾ ਪਰਮੋ ਧਰਮ ਦੇ, ਇਹਨਾਂ ਦੀ ਟੀਮ ਬੜੀ ਅੱਛੀ ਆ, ਇਹ ਖੁਦ ਵੀ ਬਹੁਤ ਸੇਵਾ ਕਰਦੇ। ਕੋਈ ਇੰਜਰਡ ਗਾਈਆਂ, ਕੋਈ ਬਿਮਾਰ ਗਾਈਆਂ, ਇਹਨਾਂ ਨੂੰ ਸਾਰੀ ਨੌਲੇਜ ਆ। ਡਾਕਟਰ ਡੇਲੀ ਆ ਰਹੇ ਆ। ਸਰ, ਜਿਸ ਤਰ੍ਹਾਂ ਤੁਸੀਂ ਦੱਸਿਆ 1 ਸਾਲ ਦੇ ਵਿੱਚ ਸੰਖਿਆ ਵਧੀ ਹੈ ਗਊਆਂ ਦੀ ਕਾਫੀ, ਤੇ ਹੁਣ ਅੱਗੇ ਵੀ ਜਿੱਦਾਂ ਇਸੇ ਤਰ੍ਹਾਂ ਸੇਵਾ ਦਾ ਜਿਹੜਾ ਕੰਮ ਚੱਲਦਾ ਰਹੇਗਾ, ਤੇ ਤੁਸੀਂ ਕੀ ਵਿਚਾਰਿਆ ਹੈ ਇਸ ਤੋਂ ਬਾਅਦ ਕਿ ਕੋਈ ਹੋਰ ਗਊਸ਼ਾਲਾ ਤੁਸੀਂ ਬਣਾਓਗੇ ਜਾਂ ਇਹਦੇ ਵਿੱਚ ਹੀ ਥੋੜਾ ਹੋਰ ਇਹਨੂੰ ਵੱਡਾ ਕਰੋਗੇ ਇਸ ਸਥਾਨ? ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਅਸੀਂ 2008 'ਚ ਇੱਕ ਗੋਬਿੰਦ ਗੋਧਾਮ ਗਊਸ਼ਾਲਾ ਸਾਡੀ ਆਪਣੀ ਚੱਲ ਰਹੀ ਹੈ ਸਾਡੀ ਸੰਸਥਾ ਵੱਲੋਂ, ਉਹਦੇ ਦੇ ਵਿੱਚ ਵੀ ਕਰੀਬ 250-250 ਦੇ ਕਰੀਬ ਗਊਧਨ ਇਸ ਵੇਲੇ ਹੈਗਾ ਆ। ਔਰ ਇੱਥੇ 300 ਦੇ ਕਰੀਬ ਟੱਪ ਗਿਆ। ਮੈਂ ਕੋਸ਼ਿਸ਼ ਕਰ ਰਿਹਾ ਕਿ ਇੱਥੇ ਹੀ ਕਾਫੀ ਜਗ੍ਹਾ ਹੈਗੀ, ਥੋੜ੍ਹਾ ਇਹਨੂੰ ਹੋਰ ਸ਼ੈੱਡ ਪਾ ਕੇ ਕਿਤੇ ਯੂਟੀਲਾਈਜ਼ ਕਰ ਲਈਏ। ਜੇ ਨਹੀਂ ਹੋਏਗਾ, ਕੁਛ ਮੈਂ ਦੇਖਿਆ ਸ਼ਹਿਰ ਦੀਆਂ ਸੰਸਥਾਵਾਂ ਜੋ ਹੈ ਕੈਟਲ ਪੌਂਡ ਦੇ ਵਿੱਚ ਗਾਈਆਂ ਦੇ ਸਾਣ ਗਊਧਨ ਛੱਡ ਕੇ ਆਈਆਂ, ਉਹ ਵੀ ਬੜਾ ਅੱਛਾ ਕੰਮ ਕਰ ਰਹੇ ਆ। ਫਿਰ ਵੀ ਅਸੀਂ ਦੇਖਾਂਗੇ, ਜੇ ਸਾਡੀ ਕਵਰ ਨਾ ਹੋਇਆ ਤਾਂ ਸਾਡੀ ਗੱਲ ਚੱਲ ਰਹੀ ਹੈ ਕਿਸੇ ਪੰਚਾਇਤ ਕੋਲੋਂ ਅਸੀਂ ਲੀਜ਼ 'ਤੇ ਜਗ੍ਹਾ ਲੈ ਕੇ ਉੱਥੇ ਇੱਕ ਗਊਸ਼ਾਲਾ ਬਣਾਉਣ ਦੀ ਸੋਚ ਰਹੇ ਹਾਂ। ਜੇ ਨਾ ਹੋਇਆ ਤਾਂ ਫਿਰ ਅਸੀਂ ਉਹ ਵੀ ਬਣਾ ਕੇ ਤਾਂ ਹੋਰ ਵੀ ਜਿੰਨੀਆਂ ਵੀ ਗਾਈਆਂ ਸਾਡੇ ਕੋਲ ਸਾਂਭ ਹੋਈਆਂ ਉਹ ਅਸੀਂ ਉੱਥੇ ਰੱਖਾਂਗੇ। ਪਰ ਮੇਰੀ ਇੱਕ ਹੀ ਗੁਜ਼ਾਰਿਸ਼ ਆ, ਜਿਹੜੇ ਲੋਕ ਗਊਆਂ ਛੱਡ ਦਿੰਦੇ ਆ ਨਾ ਸੜਕਾਂ 'ਤੇ, ਕਿ ਤੁਸੀਂ ਸੜਕ 'ਤੇ ਨਾ ਛੱਡੋ। ਉਹਦੇ ਨਾਲ ਇੱਕ ਐਕਸੀਡੈਂਟ ਹੁੰਦੇ ਆ। ਪਿੱਛੇ ਜਿਹੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਐਕਸੀਡੈਂਟ ਹੋ ਗਿਆ, ਇੱਕ ਜਵਾਨ ਮੌਤ ਹੋ ਗਈ। ਇੱਦਾਂ ਨਾ ਕਰੋ। ਤੁਸੀਂ ਸਾਨੂੰ ਦੱਸੋ ਵੀ ਅਸੀਂ ਗਊ ਛੱਡ ਰਹੇ ਹਾਂ, ਸਾਡੇ ਕੋਲ ਛੱਡ ਜਾਓ। ਅਸੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆ ਇੱਥੇ, ਅਸੀਂ ਗਊ ਲੈਣ ਨੂੰ ਤਿਆਰ ਆ, ਲੇਕਿਨ ਸੜਕ 'ਤੇ ਨਾ ਛੱਡੋ ਤਾਂ ਕਿ ਜਿਹੜੇ ਲੋਕ ਆ ਆਮ ਜਨਤਾ ਨੂੰ ਉਹਦੇ ਨਾਲ ਪਰੇਸ਼ਾਨੀ ਨਾ। ਪਹਿਲਾਂ ਉਹ ਛੱਡਦੇ ਆ, ਫਿਰ ਲੋਕ ਪਕੜਨ ਜਾਂਦੇ, ਫਿਰ ਇੱਥੇ ਲੈ ਕੇ ਆਉਂਦੇ ਆ, ਉਹ ਲੜਾਈ ਝਗੜੇ ਹੁੰਦੇ ਆ। ਇਸ ਕਰਕੇ ਤੁਸੀਂ ਸਿੱਧੇ ਗਊਸ਼ਾਲਾ ਪ੍ਰਬੰਧਨ ਕਮੇਟੀ ਨਾਲ ਸਾਡੇ ਨਾਲ ਕੰਟੈਕਟ ਕਰੋ, ਕਿਸੇ ਵੀ ਗਊਸ਼ਾਲਾ ਨਾਲ ਕੰਟੈਕਟ ਕਰਕੇ ਆਪਣੀ ਗਊ ਜੋ ਉੱਥੇ ਛੱਡੋ। ਤੁਸੀਂ ਸੜਕਾਂ 'ਤੇ ਅਵਾਰਾ ਨਾ ਛੱਡੋ ਤਾਂ ਕਿ ਇਨ ਫਿਊਚਰ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੈਜਡੀ, ਕੋਈ ਮਿਸ ਹੈਪਨਿੰਗ ਨਾ ਹੋ ਸਕੇ। ਦਰਸ਼ਕੋ, ਅਸੀਂ ਗੱਲ ਕੀਤੀ ਹੈ ਗਊਸ਼ਾਲਾ ਦੇ ਪ੍ਰਬੰਧਕ ਐਡਵੋਕੇਟ ਰਾਕੇਸ਼ ਮਰਵਾਹਾ ਜੀ ਦੇ ਨਾਲ। ਉਹਨਾਂ ਨੇ ਸਾਨੂੰ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ ਕਿ ਇਸ ਗਊਸ਼ਾਲਾ ਨੂੰ ਚਲਾਉਣ ਵਾਸਤੇ ਬਹੁਤ ਵੱਡੇ ਸਤਰ ਦੇ ਉੱਤੇ ਜਿਹੜੇ ਹੈ ਪ੍ਰਯਾਸ ਕੀਤੇ ਜਾ ਰਹੇ ਨੇ। ਗਊਆਂ ਦੀ ਮੈਡੀਕਲ ਫੈਸਿਲਿਟੀ ਵਾਸਤੇ ਇੱਥੇ ICU ਵਾਰਡ ਵੀ ਬਣਾਇਆ ਗਿਆ ਹੈ, ਤੇ ਅਸੀਂ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਸ਼੍ਰੀ ਗੋਬਿੰਦ ਗੋਧਾਮ ਗਊਸ਼ਾਲਾ ਦਾ ਇਹ ਸੇਵਾ ਕਾਰਜ ਹੈ ਇਸੇ ਤਰ੍ਹਾਂ ਚੱਲਦਾ ਰਹੇ, ਤੇ ਲੋਕੀ ਵੀ ਇਸ ਕੰਮ ਦੇ ਵਿੱਚ ਸਹਿਯੋਗ ਦੇਣ, ਸੇਵਾ ਦੇ ਵਿੱਚ ਸਹਿਯੋਗ ਕਰਨ, ਤੇ ਜਿਹੜੇ ਗਊਆਂ ਨੂੰ ਉਹ ਅਵਾਰਾ ਨਾ ਛੱਡਣ, ਗਊਸ਼ਾਲਾ ਦੇ ਵਿੱਚ ਪਹੁੰਚਾਉਣ, ਤਾਂ ਕਿ ਜਿਹੜੇ
ਸ਼ਹਿਰ ਦੇ ਵਿੱਚ ਐਕਸੀਡੈਂਟ ਦੀ ਸੰਖਿਆ ਵੱਧ ਰਹੀ ਹੈ, ਗੋਧਨ ਦੇ ਨਾਲ ਗੋਵੰਸ਼ ਦੇ ਨਾਲ ਉਹ ਸੰਖਿਆ ਘਟ ਸਕੇ ਤੇ ਕੋਈ ਵੀ ਵਿਅਕਤੀ ਚੋਟਿਲ ਨਾ ਹੋਵੇ ਤੇ ਜਿਹੜੇ ਗੋਵੰਸ਼ ਹੈ ਉਹਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ। ਦ ਸਟੈਲਰ ਨਿਊਜ਼ ਲਈ ਮੁਕਤਾਵਾਲੀਆ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।